ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 28 ਫਰਵਰੀ ਹੈ, ਦਿਨ ਸੋਮਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਖਾਸ ਤੇ ਵੱਡੀਆਂ ਖਬਰਾਂ ਦੱਸਾਂਗੇ। ਰਸ਼ੀਆ ਯੂਕਰੇਨ ਦੀ ਜੰਗ ਦਾ ਅੱਜ 5ਵਾਂ ਦਿਨ ਹੈ। ਸਾਰੀਆਂ ਅਪਡੇਟਸ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕੁਝ ਅਜਿਹੀਆਂ ਕਿਤਾਬਾਂ ਛਾਪੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ, ਯੋਧਿਆਂ, ਸ਼ਹੀਦਾਂ ਦੇ ਬਾਰੇ ਬਹੁਤ ਹੀ ਗਲਤ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਕਿਤਾਬਾਂ ਨੂੰ ਬੰਦ ਕਰਨ, ਉਹਨਾਂ ਕਿਤਾਬਾਂ ਦੇ ਪਬਲਿਸ਼ਰਾਂ ਅਤੇ ਲੇਖਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਧਰਨਾ ਲੱਗਿਆ ਹੋਇਆ। ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਧਰਨਾ ਲੱਗਿਆ ਹੋਇਆ ਤੇ ਅੱਜ ਵੱਡੀ ਰੈਲੀ ਕੀਤੀ ਜਾਏਗੀ। 11 ਵਜੇ ਰੈਲੀ ਸ਼ੁਰੂ ਹੋਏਗੀ। ਦਾ ਖਾਲਸ ਟੀਵੀ ਤੇ ਅਸੀਂ ਸਾਰੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਯੁੱਧ ਦੀ ਜਾਣਕਾਰੀ ਦੇ ਦਈਏ ਤਾਂ ਰੂਸੀ ਹਮਲੇ ਦਾ ਅੱਜ 5ਵਾਂ ਦਿਨ ਹੈ। ਯੂਕਰੇਨ ਦੀ ਫੌਜ ਦੇ ਲਈ ਇਹ ਬੇਹੱਦ ਮੁਸ਼ਕਿਲ ਸਮਾਂ ਹੈ ਤੇ ਰੂਸ ਹਰ ਦਿਸ਼ਾ ਤੋਂ ਹਮਲੇ ਕਰ ਰਿਹਾ ਹੈ। ਯੂਕਰੇਨ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦਰਮਿਆਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰੂਸ ਤੇ ਯੂਕਰੇਨ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਬੇਲਾਰੂਸ ਸਰਹੱਦ ਤੇ ਰੂਸ ਯੂਕਰੇਨ ਦੇ ਪ੍ਰਤੀਨਿਧੀ ਮੰਡਲ ਦੀ ਮੁਲਾਕਾਤ ਹੋਵੇਗੀ। ਬਿਆਨ ਆ ਗਿਆ ਹੈ। ਦੋਵੇਂ ਮੁਲਕਾਂ ਦੇ ਵਫਦ ਬੇਲਾਰੂਸ ਪਹੁੰਚ ਗਏ ਨੇ। ਪੁਤਿਨ ਨੇ ਪਰਮਾਣੂ ਦਸਤਿਆਂ ਨੂੰ ਚੌਕਸ ਵੀ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤੇ ਰੂਸ ਵੱਲੋਂ ਨਿਊਕਲੀਅਰ ਫੋਰਸ ਨੂੰ ਸਪੈਸ਼ਲ ਅਲਰਟ ਤੇ ਰੱਖਣਾ ਰਾਸ਼ਟਰਪਤੀ ਪੁਤਿਨ ਦੇ ਗੁੱਸੇ ਤੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਰੋਕਾਂ ਦੇ ਪ੍ਰਤੀ ਉਹਨਾਂ ਦੀ ਨਾਰਾਜ਼ਗੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਕਿਉਂਕਿ ਨਿਊਕਲੀਅਰ ਫੋਰਸ ਨੂੰ ਅਲਰਟ ਮਤਲਬ ਕਿ ਨਿਊਕਲੀਅਰ ਹਮਲਾ ਹੋ ਸਕਦਾ ਹੈ। ਇਸ ਦੇ ਸੰਕੇਤ ਦਿੱਤੇ ਜਾ ਰਹੇ ਨੇ ਤੇ ਜੇ ਪਰਮਾਣੂ ਹਮਲਾ ਹੁੰਦਾ ਹੈ ਤਾਂ ਇਹ ਸਿਰਫ ਯੂਕਰੇਨ ਜਾਂ ਰੂਸ ਦੇ ਲਈ ਨਹੀਂ, ਪੂਰੀ ਦੁਨੀਆ ਦੇ ਲਈ ਬਰਬਾਦੀ ਲੈ ਕੇ ਆਊਗਾ। ਅਮਰੀਕਾ ਨੇ ਇਸ ਦੀ ਨਿੰਦਿਆ ਕਰਦਿਆਂ ਕਿਹਾ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ, ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਏਗਾ। ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਕਿਹਾ ਕਿ ਜੇ ਰੂਸ ਯੂਕਰੇਨ ਤੇ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਦਾ ਹੈ ਤਾਂ ਇਹ ਦੁਨੀਆ ਭਰ ਦੇ ਲਈ ਇੱਕ ਮੁਸੀਬਤ ਹੋਏਗੀ, ਇੱਕ ਆਫਤ ਹੋਏਗੀ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਫਿਰ ਵੀ ਪਰਮਾਣੂ ਹਮਲਾ ਵੀ ਸਾਨੂੰ ਤੋੜ ਨਹੀਂ ਸਕੇਗਾ। ਕੁਲੇਬਾ ਨੇ ਵੀ ਕਿਹਾ ਕਿ ਰਾਸ਼ਟਰਪਤੀ ਪੁਤਿਨ ਦਾ ਇਹ ਹੁਕਮ ਉਦੋਂ ਆਇਆ ਜਦੋਂ ਦੋਨਾਂ ਮੁਲਕਾਂ ਦੇ ਪ੍ਰਤੀਨਿਧੀ ਮੰਡਲ ਗੱਲਬਾਤ ਦੇ ਲਈ ਮਿਲਣ ਨੂੰ ਤਿਆਰ ਹੋ ਗਏ ਨੇ ਤੇ ਸਾਨੂੰ ਲੱਗਦਾ ਹੈ ਕਿ ਰੂਸ ਦੇ ਰਾਸ਼ਟਰਪਤੀ ਦਾ ਇਹ ਬਿਆਨ ਹੈ ਜਿਹੜਾ ਸਾਡੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਦੇ ਰੂਪ 'ਚ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਰ ਯੂਕਰੇਨ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਹਾਰ ਨਹੀਂ ਮੰਨੇਗਾ। ਸੋ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਪ੍ਰਤੀਨਿਧੀ ਮੰਡਲ ਹੈ ਜਿਹੜਾ ਉਹ ਯੂਕਰੇਨ ਬੇਲਾਰੂਸ ਸਰਹੱਦ ਤੇ ਪ੍ਰਿਪਿਆਤ ਨਦੀ ਦੇ ਕਿਨਾਰੇ ਤੇ ਮਿਲੇਗਾ। ਉਧਰ ਰੂਸ ਦੇ ਵਿੱਚ ਯੁੱਧ ਦੇ ਖਿਲਾਫ ਰੂਸ ਦੇ ਲੋਕ ਹੀ ਰੋਸ ਮੁਜ਼ਾਹਰੇ ਕਰ ਰਹੇ ਨੇ ਤੇ ਇਕੱਲੇ ਐਤਵਾਰ ਦੇ ਦਿਨ ਰੂਸ ਦੀਆਂ ਸੜਕਾਂ ਦੇ ਉੱਤੇ ਰੋਸ ਮੁਜ਼ਾਹਰਾ ਕਰ ਰਹੇ 2000 ਰਸ਼ੀਅਨ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਰੂਸ ਦੇ 48 ਸ਼ਹਿਰਾਂ ਦੇ ਵਿੱਚ ਯੁੱਧ ਦੇ ਖਿਲਾਫ ਪ੍ਰੋਟੈਸਟ ਕੀਤੇ ਜਾ ਰਹੇ ਨੇ। ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਗੱਲ ਕਰ ਲਈਏ ਤਾਂ 3 ਹੋਰ ਜਹਾਜ਼ ਭਾਰਤੀਆਂ ਨੂੰ ਲੈ ਕੇ ਵਤਨ ਪਰਤੇ ਨੇ ਤੇ ਹੁਣ ਤੱਕ ਸਿਰਫ 907 ਭਾਰਤੀਆਂ ਦੀ ਹੀ ਵਾਪਸੀ ਹੋ ਸਕੀ ਹੈ, ਜਦਕਿ ਉੱਥੇ 20,000 ਦੇ ਕਰੀਬ ਭਾਰਤੀ ਵਿਦਿਆਰਥੀ ਤੇ ਨਾਗਰਿਕ ਨੇ ਜਿਹੜੇ ਉਹ ਫਸੇ ਹੋਏ ਨੇ। ਮਾਪੇ ਹਵਾਈ ਅੱਡਿਆਂ ਤੇ ਉਡੀਕ ਕਰ ਰਹੇ ਨੇ, ਘਰਾਂ ਦੇ ਵਿੱਚ ਬੈਠੇ ਆਪਣੇ ਧੀਆਂ ਪੁੱਤਾਂ ਦੇ ਫੋਨ ਉਡੀਕ ਰਹੇ ਨੇ ਤੇ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਤਹਿਤ ਇਹ ਜਹਾਜ਼ ਭੇਜੇ ਸੀ ਤੇ ਭਾਰਤ ਸਰਕਾਰ 2 ਹੋਰ ਜਹਾਜ਼ ਭੇਜਣ ਦੀ ਯੋਜਨਾ ਬਣਾ ਰਹੀ ਹੈ। ਜਦੋਂ ਹਵਾਈ ਅੱਡੇ ਤੇ ਧੀਆਂ ਪੁੱਤਰ ਵਾਪਸ ਪਹੁੰਚਦੇ ਨੇ ਜਿਹੜੇ ਉੱਥੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਜਾਂਦੇ ਨੇ ਤਾਂ ਉੱਥੇ ਭਾਵੁਕਤਾ ਦਾ ਮਾਹੌਲ ਬਣਿਆ ਹੋਇਆ ਹੈ। ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਅੱਖਾਂ ਦੇ ਸਾਹਮਣੇ ਦੇਖ ਕੇ ਮਾਪੇ ਨੇ ਜਿਹੜੇ ਉਹ ਕਾਫੀ ਭਾਵੁਕ ਹੋ ਰਹੇ ਨੇ। ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਦੇ ਉੱਤੇ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆਂਦਾ ਜਾਵੇਗਾ, ਪਰ ਹਾਲਾਤ ਉੱਥੇ ਬਹੁਤ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਉੱਤੇ ਵੀ ਰੂਸੀ ਫੌਜ ਨੇ ਹਮਲਾ ਕਰ ਦਿੱਤਾ ਹੈ। ਚੰਡੀਗੜ੍ਹ ਦੇ 100 ਤੋਂ ਵੱਧ ਵਿਦਿਆਰਥੀ ਯੂਕਰੇਨ ਦੇ ਵਿੱਚ ਫਸ ਗਏ ਨੇ। ਕਈ ਵਿਦਿਆਰਥੀ ਤਾਂ ਭੁੱਖਣ ਭਾਣੇ ਦਿਨ ਕੱਟੀ ਕਰ ਰਹੇ ਨੇ, ਬੰਕਰਾਂ ਦੇ ਵਿੱਚ ਲੁਕੇ ਹੋਏ ਨੇ। ਪਰ ਇੱਕ ਨੌਜਵਾਨ ਡੱਬਵਾਲੀ ਦਾ ਅਜਿਹਾ ਨੌਜਵਾਨ ਵੀ ਹੈ ਜਿਸ ਨੇ ਫੀਸ ਲਈ ਰੱਖੇ ਪੈਸਿਆਂ ਦਾ ਉੱਥੇ ਲੰਗਰ ਲਾ ਦਿੱਤਾ ਹੈ। ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਲਈ ਦਸਤਾਵੇਜ਼ ਪੂਰੇ ਕਰਾਉਣ ਦੇ ਵਿੱਚ ਵੀ ਹਰਜੀਤ ਸਿੰਘ ਮਦਦ ਕਰ ਰਿਹਾ ਹੈ। ਯੂਕਰੇਨ ਦੇ ਵਿੱਚ ਫਸੇ ਸ੍ਰੀ ਮੁਕਤਸਰ ਸਾਹਿਬ ਦੇ ਮਾਪਿਆਂ ਨੇ ਇੱਧਰ ਪ੍ਰਸ਼ਾਸਨ ਦੇ ਕੋਲ ਆਪਣੇ ਦੁੱਖੜੇ ਰੋਂਦਿਆਂ ਦੱਸਿਆ ਕਿ ਕੋਈ ਰਾਹਾਂ ਦੇ ਵਿੱਚ ਰੁਲ ਰਿਹਾ ਹੈ, ਕਿਸੇ ਕੋਲੇ ਭੋਜਨ ਹੀ ਮੁੱਕ ਗਿਆ। ਉਹਨਾਂ ਦੱਸਿਆ ਕਿ ਰੇਲ ਗੱਡੀ ਰਾਹੀਂ ਕੀਵ ਜਾਣੇ ਵਾਲੇ ਵਿਦਿਆਰਥੀ ਰਾਹ ਵਿੱਚ ਹੀ ਉਤਾਰ ਦਿੱਤੇ ਨੇ ਤੇ ਮਾਪਿਆਂ ਦੀ ਜਾਨ ਹੁਣ ਮੁੱਠੀ ਵਿੱਚ ਆ ਗਈ ਹੈ।
ਕਈਆਂ ਦੀ ਆਖਰੀ ਵਰੇ ਦੀ ਪੜ੍ਹਾਈ ਵਿਚਾਲੇ ਛੁੱਟ ਗਈ ਹੈ, ਕਈਆਂ ਨੂੰ ਗਿਆ ਨੂੰ ਹਲੇ ਪਹਿਲਾ ਸਾਲ ਹੀ ਹੋਇਆ ਸੀ। ਜਿਹੜੇ ਵਿਦਿਆਰਥੀ ਵਾਪਸ ਪਰਤ ਰਹੇ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੇ ਵੱਲੋਂ ਵੀ ਹਵਾਈ ਅੱਡੇ ਤੇ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪਹੁੰਚਣ ਤੇ ਵੀ ਪਿੰਡ ਵਾਸੀ ਸਵਾਗਤ ਕਰ ਰਹੇ ਨੇ। ਇਸੇ ਦਰਮਿਆਨ ਯੂਕਰੇਨ ਦੀ ਰਾਜਧਾਨੀ ਖੀਵ ਤੋਂ ਭਾਰਤੀ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਵਿਦਿਆਰਥੀਆਂ ਨੂੰ ਦੱਸਿਆ ਹੈ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਰੋਮਾਨੀਆ ਤੇ ਹੰਗਰੀ ਦੇ ਰਾਹੀਂ ਅਸੀਂ ਇਵੈਕੂਏਟ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਜਦੋਂ ਵੀ ਕਰਫਿਊ ਖਤਮ ਹੋ ਜਾਏਗਾ ਉਦੋਂ ਲੋਕਾਂ ਦੀ ਜਿਹੜੀ ਮੂਵਮੈਂਟ ਹੈ ਉਹ ਸ਼ੁਰੂ ਹੋ ਜਾਏਗੀ, ਤਾਂ ਭਾਰਤੀ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਨੇੜਲੇ ਰੇਲਵੇ ਸਟੇਸ਼ਨਾਂ ਦੇ ਰਾਹੀਂ ਸਰਹੱਦਾਂ ਤੱਕ ਪਹੁੰਚਣ, ਜਿੱਥੋਂ ਅਸੀਂ ਤੁਹਾਨੂੰ ਇਵੈਕੂਏਟ ਕਰਾਂਗੇ। ਕੋਈ ਵੀ ਫੀਸ ਨਹੀਂ ਲੱਗੇਗੀ। ਐਡਵਾਈਜ਼ਰੀ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਯੂਕਰੇਨ ਦਾ ਰੇਲਵੇ ਸਟੇਸ਼ਨ ਹੈ ਜਿਹੜਾ, ਉਹ ਵੀ ਜਿਹੜੇ ਇਵੈਕੂਏਟ ਕਰਨ ਵਾਲੇ ਲੋਕ ਨੇ, ਇਵੈਕੂਏਸ਼ਨ ਪੀਪਲ ਨੇ, ਉਹਨਾਂ ਨੂੰ ਮੁਫਤ ਦੇ ਵਿੱਚ ਹੀ ਸਫ਼ਰ ਕਰਵਾ ਰਿਹਾ ਹੈ। ਕੋਈ ਟਿਕਟ ਬੁਕਿੰਗ ਜਾਂ ਸੀਟ ਬੁਕਿੰਗ ਨਹੀਂ ਹੋ ਰਹੀ। ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ, ਯਾਨੀ ਕਿ ਜਿਹੜਾ ਪਹਿਲਾਂ ਆਊਗਾ ਉਹਨੂੰ ਪਹਿਲਾਂ ਸਫ਼ਰ ਕਰਾ ਦਿੱਤਾ ਜਾਊਗਾ। ਉਸ ਆਧਾਰ ਤੇ ਹੀ ਜਿਹੜਾ ਹੈਗਾ ਤੁਸੀਂ ਸਫ਼ਰ ਕਰ ਸਕਦੇ ਹੋ। ਵੈਬਸਾਈਟ ਵੀ ਦੱਸੀ ਹੈ www.uz.gov.ua। ਟਿਕਟਾਂ ਦੀ ਲੋੜ ਨਹੀਂ ਹੈ ਤੇ ਟ੍ਰੇਨਾਂ ਦਾ ਸ਼ਡਿਊਲ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ। ਪ੍ਰੈਫਰੈਂਸ ਹੈ ਜਿਹੜੀ ਉਹ ਰੇਲਵੇ ਸਟੇਸ਼ਨ ਤੇ ਬੱਚਿਆਂ ਨੂੰ, ਔਰਤਾਂ ਨੂੰ ਅਤੇ ਬਜ਼ੁਰਗ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਐਡਵਾਈਜ਼ਰੀ ਦੇ ਵਿੱਚ ਲੋਕਾਂ ਨੂੰ ਹਿੰਮਤ ਤੇ ਹੌਸਲੇ ਤੋਂ ਕੰਮ ਲੈਣ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੋਲੈਂਡ ਦੇ ਵਾਰਸਾ ਤੋਂ ਵੀ ਭਾਰਤੀ ਅੰਬੈਸੀ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਅਸੀਂ 10 ਬੱਸਾਂ ਨੇ ਜਿਹੜੀਆਂ ਉਹਨਾਂ ਦਾ ਪ੍ਰਬੰਧ ਕੀਤਾ ਹੈ, ਜਿਹੜੀਆਂ ਕਿ ਭਾਰਤੀ ਵਿਦਿਆਰਥੀ ਜਿਹੜੇ ਬਾਰਡਰ ਦੇ ਉੱਤੇ ਪਹੁੰਚੇ ਹੋਏ ਨੇ ਉਹਨਾਂ ਨੂੰ ਪੋਲੈਂਡ ਦੇ ਵਿੱਚ ਲਿਜਾਇਆ ਜਾਏਗਾ ਇਹਨਾਂ ਬੱਸਾਂ ਦੇ ਰਾਹੀਂ। ਇਹ ਬੱਸਾਂ 28 ਫਰਵਰੀ ਯਾਨੀ ਕਿ ਅੱਜ ਤੋਂ ਸ਼ੁਰੂ ਹੋਣਗੀਆਂ ਅਤੇ ਲਗਾਤਾਰ ਇਹ ਚੱਲਦੀਆਂ ਰਹਿਣਗੀਆਂ ਜਦੋਂ ਤੱਕ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਇਵੈਕੂਏਟ ਨਹੀਂ ਕੀਤਾ ਜਾਂਦਾ। ਪਰ ਉਹਦੇ ਲਈ ਪਹਿਲਾਂ ਇਹਨਾਂ ਨੂੰ ਸਰਹੱਦਾਂ ਤੇ ਪਹੁੰਚਣਾ ਪਊਗਾ। ਵਿਦਿਆਰਥੀ ਹੁਣ ਸਰਹੱਦਾਂ ਤੇ ਕਿਵੇਂ ਪਹੁੰਚਣੇ, ਸਭ ਤੋਂ ਮੁਸ਼ਕਿਲ ਗੱਲ ਤਾਂ ਇਹੀ ਹੈ ਜਿਹੜੀ ਵਿਦਿਆਰਥੀਆਂ ਦੇ ਲਈ ਬਣੀ ਹੋਈ ਹੈ। ਤੇ ਇਸੇ ਦਰਮਿਆਨ ਕਈ ਵਿਦਿਆਰਥੀਆਂ ਦੇ ਅਜਿਹੇ ਵੀਡੀਓਜ਼ ਵੀ ਸਾਹਮਣੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਮੀਡੀਆ ਦੇ ਵਿੱਚ ਹੀ ਭਾਰਤ ਸਾਡੀ ਮਦਦ ਕਰ ਰਿਹਾ ਹੈ, ਅਸਲ ਦੇ ਵਿੱਚ ਅਸੀਂ ਬਹੁਤ ਮੁਸ਼ਕਿਲ ਹਾਲਾਤਾਂ ਦੇ ਵਿੱਚ ਫਸੇ ਹੋਏ ਹਾਂ। ਸੋ ਅਸੀਂ ਲਗਾਤਾਰ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਤੇ ਉਹਨਾਂ ਜਿਹੜੇ ਬੱਚੇ ਫਸੇ ਹੋਏ ਨੇ ਉਹਨਾਂ ਦੇ ਮਾਪਿਆਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜ਼ਰੂਰ ਸਾਡਾ ਜਿਹੜਾ ਨੰਬਰ ਹੈ ਉਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਲਗਾਤਾਰ ਤੁਹਾਡੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਿੰਨਾ ਸਰਕਾਰ 'ਤੇ ਦਬਾਅ ਪਏਗਾ ਸਰਕਾਰ ਕੰਮ ਹੈ ਜਿਹੜੀ ਉਸ ਤੇਜ਼ੀ ਦੇ ਨਾਲ ਹੀ ਕਰਦੀ ਹੁੰਦੀ ਹੈ। ਇਸੇ ਦਰਮਿਆਨ ਇਹ ਗੱਲ ਵੀ ਨਿਕਲ ਕੇ ਹੁਣ ਸਾਹਮਣੇ ਆ ਰਹੀ ਹੈ ਕਿ ਭਾਰਤ ਵਿੱਚ ਮੈਡੀਕਲ ਦੀ ਪੜ੍ਹਾਈ ਕਿੰਨੀ ਮਹਿੰਗੀ ਹੈ। ਇਹ ਤਾਂ ਅੰਕੜੇ ਸਾਨੂੰ ਦੱਸਦੇ ਹੀ ਨੇ ਕਿ ਪੰਜਾਬ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਸਭ ਤੋਂ ਮਹਿੰਗੀ ਹੈ, ਪੂਰੇ ਭਾਰਤ ਵਿੱਚੋਂ ਸਭ ਤੋਂ ਮਹਿੰਗੀ ਹੈ। ਸੀਟਾਂ ਵੀ ਘੱਟ ਨੇ। ਸਾਨੂੰ ਉੱਥੇ ਜਿਹੜੇ ਫਸੇ ਹੋਏ ਵਿਦਿਆਰਥੀ ਨੇ ਉਹਨਾਂ ਨੇ ਦੱਸਿਆ ਹੈ ਫੋਨ ਤੇ ਕਿ ਕਿਉਂਕਿ ਅਸੀਂ ਵੀ ਹੈਰਾਨ ਸੀ ਕਿ ਯੂਕਰੇਨ ਦੇ ਵਿੱਚ ਸਾਰੇ MBBS ਕਰਨ ਕਿਉਂ ਜਾਂਦੇ ਨੇ, ਤਾਂ ਉਹਨਾਂ ਦੱਸਿਆ ਕਿ ਇੱਕ ਪੜ੍ਹਾਈ ਇੱਥੇ ਸਸਤੀ ਹੈ, ਭਾਰਤ ਵਿੱਚ ਸੀਟਾਂ ਨਹੀਂ ਮਿਲਦੀਆਂ। ਸੋ ਇਹ ਇੱਕ ਪੋਲ ਖੁੱਲੀ ਹੈ ਭਾਰਤ ਸਰਕਾਰ ਦੀ ਸਿੱਖਿਆ ਨੀਤੀ ਦੀ ਕਿ ਇੱਥੇ ਡਾਕਟਰ ਬਣਨਾ ਕਿੰਨਾ ਔਖਾ ਹੈ। ਇਸੇ ਕਰਕੇ ਹੀ 20,000 ਵਿਦਿਆਰਥੀ ਨੇ ਜਿਹੜੇ ਭਾਰਤ ਦੇ, ਜਿਨ੍ਹਾਂ ਵਿੱਚੋਂ ਪੰਜਾਬ ਤੇ ਹਰਿਆਣਾ ਦੇ ਜ਼ਿਆਦਾ ਨੇ, ਉਹ ਕਿਵੇਂ ਉੱਥੇ ਕਿਹੜੇ ਹਾਲਾਤਾਂ ਦੇ ਵਿੱਚ ਹੁਣ ਫਸ ਗਏ ਨੇ। ਜੇ ਇੱਥੇ ਉਹਨਾਂ ਨੂੰ ਸੀਟਾਂ ਮਿਲਦੀਆਂ ਤਾਂ ਸ਼ਾਇਦ ਉੱਥੇ ਨਾ ਜਾਂਦੇ। ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਆਰਥਿਕ ਤੰਗੀ ਚੱਲ ਰਹੇ ਪਰਿਵਾਰ ਨੇ ਉਹਨਾਂ ਨੇ ਆਪਣੇ ਕਰਜ਼ੇ ਚੁੱਕ ਕੇ, ਜ਼ਮੀਨ ਗਹਿਣੇ ਤੇ ਰੱਖ ਕੇ, ਜ਼ਮੀਨ ਤੇ ਕਰਜ਼ਾ ਲੈ ਕੇ ਵਿਦਿਆਰਥੀਆਂ ਨੂੰ ਯੂਕਰੇਨ ਪੜ੍ਹਨ ਦੇ ਲਈ ਭੇਜਿਆ ਹੈ ਤੇ ਹੁਣ ਜਾਨ ਮੁੱਠੀ ਵਿੱਚ ਆ ਰਹੀ ਹੈ। ਪੰਜਾਬ ਦੀ ਅਹਿਮ ਖਬਰ ਦੀ ਗੱਲ ਕਰ ਲਈਏ ਤਾਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇ ਨਤੀਜਿਆਂ ਤੋਂ ਪਹਿਲਾਂ ਸੈਂਟਰ ਸਰਕਾਰ ਦੇ ਵੱਲੋਂ BBMB ਦੇ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ, ਉਸ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚੁੱਪ ਨੇ। ਨਵਜੋਤ ਸਿੰਘ ਸਿੱਧੂ ਨੇ ਵੀ ਪਾਸਾ ਵੱਟ ਰੱਖਿਆ ਹੈ ਤੇ ਇਸ ਤੇ ਸਭ ਨੂੰ ਹੈਰਾਨੀ ਹੋ ਰਹੀ ਹੈ ਕਿ ਕੇਂਦਰ ਦੇ ਇੰਨੇ ਵੱਡੇ ਹੱਲੇ ਦੇ ਖਿਲਾਫ ਕਿਉਂ ਨਹੀਂ ਬੋਲ ਰਹੇ। ਸੁਨੀਲ ਜਾਖੜ ਨੇ ਵੀ ਸੱਦਾ ਦਿੱਤਾ ਸਾਰੇ ਲੀਡਰਾਂ ਨੂੰ, ਫਿਰ ਵੀ ਚੁੱਪ ਨੇ। ਤਾਂ ਇਹਦੇ ਪਿੱਛੇ ਕੀ ਮਨਸ਼ਾ ਹੈ, ਕੀ ਕੋਈ ਭੇਤ ਹੈ? ਇਸ ਕਰਕੇ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਗਏ ਨੇ। ਭਗਵੰਤ ਮਾਨ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ED ਦਾ ਡਰ ਹੈ। ਸੁਖਪਾਲ ਸਿੰਘ ਖਹਿਰਾ ਵੀ ਬੋਲ ਰਹੇ ਨੇ ਕਿ BBMB ਦੇ ਵਿੱਚੋਂ ਪੰਜਾਬ ਨੂੰ ਮਨਫੀ ਕਰਨਾ ਹੱਕਾਂ ਤੇ ਡਾਕਾ ਹੈ। ਹਾਲਾਂਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇਸ ਮਾਮਲੇ ਤੇ ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ, ਪਰ CM ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਚੁੱਪ ਕਿਉਂ ਨੇ,
ਇਸ ਦਾ ਨਹੀਂ ਪਤਾ ਲੱਗ ਰਿਹਾ। ਹਾਲਾਂਕਿ ਮੁੱਖ ਮੰਤਰੀ ਚੰਨੀ ਯੂਕਰੇਨ ਦੇ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਚੁੱਕ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਇਸ ਫੈਸਲੇ ਦੇ ਖਿਲਾਫ ਕੇਂਦਰ ਸਰਕਾਰ ਫੈਸਲੇ ਦੇ ਖਿਲਾਫ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਤੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ 7 ਮਾਰਚ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਮਾਨਸਾ ਤੋਂ ਇੱਕ ਖਬਰ ਹੈ ਜਿੱਥੇ ਜੇਲ੍ਹ ਦੇ ਵਿੱਚ ਹਵਾਲਾਤੀ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਜਾਂਚ ਨਹੀਂ ਹੋਈ ਤਾਂ ਪਰਿਵਾਰਕ ਮੈਂਬਰਾਂ ਨੇ ਮੁੜ ਧਰਨਾ ਲਾ ਦਿੱਤਾ ਹੈ। 6 ਮਹੀਨੇ ਪਹਿਲਾਂ ਜਸਪਾਲ ਸਿੰਘ ਦੀ ਜੇਲ੍ਹ ਦੇ ਵਿੱਚ ਮੌਤ ਹੋਈ ਸੀ। ਪੁਲਿਸ ਚੌਂਕੀ ਕੋਟ ਧਰਮੂ ਦੇ ਵਿੱਚ ਕੇਸ ਦਰਜ ਹੋਇਆ ਸੀ ਤੇ ਉੱਥੇ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਸਪਾਲ ਦੀ ਮੌਤ ਦਾ ਕਾਰਨ ਦੱਸਿਆ ਜਾਵੇ। ਇਲਜ਼ਾਮ ਵੀ ਲਾਏ ਜਾ ਰਹੇ ਨੇ ਕਿ ਉਸ ਨੂੰ ਮਰਨ ਦੇ ਲਈ ਮਜਬੂਰ ਕੀਤਾ ਗਿਆ ਸੀ। ਜਸਪਾਲ ਪਤਨੀ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹ 'ਚ ਬੰਦ ਸੀ। ਜੇਲ੍ਹ ਪ੍ਰਸ਼ਾਸਨ ਤੇ ਮੌਤ ਦਾ ਕਾਰਨ ਸਪਸ਼ਟ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਹੁਣ ਲੋਕਾਂ ਨੇ ਮੁੜ ਤੋਂ ਧਰਨਾ ਲਾ ਦਿੱਤਾ ਹੈ, ਜਦਕਿ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਦੱਸਦੇ ਨੇ ਕਿ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਵੋਟਾਂ ਦੀ ਗੱਲ ਕਰ ਲਈਏ ਤਾਂ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਕਾਂਗਰਸ ਸਾਰੇ ਆਪੋ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਨੇ। ਲੋਕਾਂ ਨੇ ਮੀਡੀਆ ਸਮੇਤ ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਪੰਡਤਾਂ ਸਭ ਨੂੰ ਉਲਝਾ ਰੱਖਿਆ ਹੈ ਕਿਉਂਕਿ ਲੋਕਾਂ ਨੇ ਐਤਕੀ ਨਹੀਂ ਦੱਸਿਆ ਸਪਸ਼ਟ ਤਰੀਕੇ ਨਾਲ ਕਿ ਵੋਟਾਂ ਕਿਹਨੂੰ ਪਾਈਆਂ ਨੇ ਤੇ ਜਦੋਂ ਸਾਇਲੈਂਟ ਵੋਟਰ ਹੁੰਦੇ ਨੇ ਤਾਂ ਉਦੋਂ ਬਦਲਾਅ ਦੀ ਵੀ ਕਾਫੀ ਆਸ ਹੁੰਦੀ ਹੈ। ਤੇ ਵੋਟਾਂ ਦਰਮਿਆਨ ਜੋ ਪ੍ਰਚਾਰ ਹੋਇਆ ਹੈ ਤਾਂ ਵੱਡੇ ਸਿਆਸੀ ਲੀਡਰਾਂ ਤੇ ਜ਼ਾਬਤੇ ਦੀ ਉਲੰਘਣਾ ਦੇ ਪਰਚੇ ਵੀ ਦਰਜ ਹੋਏ ਨੇ। ਇਸ ਵਾਰੀ ਝੜਪਾਂ ਦੀ ਖਬਰ ਹੈ ਜਿਹੜੀ ਉਹ ਘੱਟ ਆਈ ਹੈ। ਲੋਕ ਸਿਆਣੇ ਰਹੇ ਨੇ। ਅਸੀਂ ਵੀ ਵਾਰੀ-ਵਾਰੀ ਅਪੀਲ ਕਰਦੇ ਸੀ ਕਿ ਸਿਆਸੀ ਲੀਡਰ ਅੰਦਰੋਂ ਇੱਕਮੇਕੀ ਹੁੰਦੇ ਨੇ, ਤੁਸੀਂ ਐਵੇਂ ਆਪਦੇ ਸਿਰ ਨਾ ਪੜਵਾਇਓ। ਬੁਲੇਟਿਨ ਦੇ ਵਿੱਚ ਕੁਝ ਹੋਰ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਐਤਵਾਰ ਨੂੰ ਕੀ ਕੁਝ ਹੋਇਆ ਯੂਕਰੇਨ ਰੂਸ ਯੁੱਧ ਦਰਮਿਆਨ, ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਹੁਣ ਦਿੰਦੇ ਹਾਂ। 250 ਭਾਰਤੀ ਨਾਗਰਿਕਾਂ ਨੂੰ ਲੈ ਕੇ 에ਅਰ ਇੰਡੀਆ ਦੀ ਦੂਸਰੀ ਉਡਾਣ ਵੀ ਐਤਵਾਰ ਤੜਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਦਿੱਲੀ ਹਵਾਈ ਅੱਡੇ ਤੇ ਪਹੁੰਚੀ। ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਯੂਕਰੇਨ ਤੋਂ ਲਿਆਂਦੇ ਭਾਰਤੀਆਂ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ। ਪਹਿਲੀ ਉਡਾਣ AI 1944 ਬੁਖਾਰੈਸਟ ਤੋਂ 219 ਲੋਕਾਂ ਨੂੰ ਮੁੰਬਈ ਲੈ ਕੇ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 2 ਉਡਾਣਾਂ ਆ ਚੁੱਕੀਆਂ ਨੇ ਤੇ ਤੀਜੀ ਉਡਾਣ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਰਵਾਨਾ ਹੋ ਚੁੱਕੀ ਹੈ। 240 ਲੋਕਾਂ ਦੇ ਨਾਲ ਹੋਰ ਐਤਵਾਰ ਨੂੰ ਦਿੱਲੀ ਪਰਤਣ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ 에ਅਰ ਇੰਡੀਆ ਦਾ ਚੌਥਾ ਜਹਾਜ਼ ਵੀ ਭਾਰਤ ਜਲਦੀ ਪਹੁੰਚੇਗਾ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਹਾਲੇ ਵੀ ਭਾਰਤੀ ਨਾਗਰਿਕ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਸਭ ਤੋਂ ਵੱਧ ਨੇ ਉਹ ਉੱਥੇ ਹੀ ਫਸੇ ਹੋਏ ਨੇ। ਇਸੇ ਦਰਮਿਆਨ ਭਾਰਤੀ ਵਿਦਿਆਰਥੀਆਂ ਦੇ ਲਈ ਇੱਕ ਹੋਰ ਜ਼ਰੂਰੀ ਜਾਣਕਾਰੀ ਇਹ ਹੈ ਕਿ ਭਾਰਤੀ ਵਿਦਿਆਰਥੀ ਪੋਲੈਂਡ ਦੇ ਵਿੱਚ ਬਿਨਾਂ ਵੀਜ਼ੇ ਤੋਂ ਜਾ ਸਕਦੇ ਨੇ। ਪੋਲੈਂਡ ਦੇ ਰਾਜਦੂਤ ਐਡਮ ਬੁਰਾਕੋਸਕੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਤੇ ਇਹ ਫੈਸਲਾ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਰੂਸ ਦੇ ਹਮਲੇ ਤੋਂ ਬਾਅਦ ਮੁਲਕ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤ ਸਰਕਾਰ ਦੀਆਂ ਕੁਝ ਉਡਾਣਾਂ ਪੋਲੈਂਡ ਤੋਂ ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਪਹੁੰਚੀਆਂ। ਯੂਕਰੇਨ ਤੇ ਰੂਸ ਦਰਮਿਆਨ ਜਾਰੀ ਜੰਗ ਤੋਂ ਬਾਅਦ ਯੂਕਰੇਨੀ ਤੇ ਦੂਸਰੇ ਮੁਲਕਾਂ ਦੇ ਨਾਗਰਿਕ ਪੋਲੈਂਡ ਵੱਲ ਜਾ ਰਹੇ ਨੇ ਤੇ ਪੋਲੈਂਡ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਇਹ ਫੈਸਲਾ ਬੜਾ ਹੀ ਅਹਿਮ ਹੈ ਤੇ ਬਹੁਤ ਹੀ ਮਹੱਤਵਪੂਰਨ ਹੈ ਫਸੇ ਹੋਏ ਲੋਕਾਂ ਦੇ ਲਈ। ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਜਾਣਕਾਰੀ ਸਾਂਝੀ ਕਰਨ ਲਈ WhatsApp ਗਰੁੱਪ ਵੀ ਬਣਾਇਆ ਗਿਆ ਹੈ। ਮੋਬਾਈਲ ਨੰਬਰ 9876233593 ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਹੈਲਪਲਾਈਨ ਨੰਬਰ 01675255000। ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅੰਮ੍ਰਿਤਸਰ ਦੇ ਵਿੱਚ ਵੀ ਯੂਕਰੇਨ 'ਚ ਫਸੇ ਭਾਰਤੀਆਂ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੋਂ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ। ਹੁਣ ਤੱਕ 60 ਦੇ ਕਰੀਬ ਵਿਦਿਆਰਥੀਆਂ ਨੇ ਫੋਨ ਕਰਕੇ ਮਦਦ ਦੀ ਗੁਹਾਰ ਲਾਈ ਹੈ। ਹੈਲਪਲਾਈਨ ਨੰਬਰ ਹੈ ਜਿਹੜਾ ਅੰਮ੍ਰਿਤਸਰ ਦਾ 018325500393। ਦੂਸਰਾ ਨੰਬਰ ਹੈ 018325500498। ਇਹ ਨੰਬਰ 24 ਘੰਟੇ ਚੱਲਦਾ ਰਹਿੰਦਾ ਹੈ। ਤੇ ਫਿਕਰ ਵਾਲੀ ਇੱਕ ਹੋਰ ਗੱਲ ਮਹਿੰਗਾਈ ਨੂੰ ਲੈ ਕੇ ਹੈ। ਰੂਸ ਯੂਕਰੇਨ ਯੁੱਧ ਦੇ ਵਿਚਾਲੇ ਤੇਲ ਦੀਆਂ ਕੀਮਤਾਂ ਵਧਣ ਦੇ ਆਸਾਰ ਨੇ। ਪੰਜਾਬ 'ਚ ਕਈ ਥਾਵਾਂ ਤੇ ਪੰਪਾਂ ਦੇ ਉੱਤੇ ਲੰਬੀਆਂ ਲਾਈਨਾਂ ਲੱਗ ਗਈਆਂ ਨੇ। ਫਰੀਦਕੋਟ ਵਿੱਚ ਵੀ ਕਿਸਾਨ ਵੱਡੇ ਡਰਮ ਲੈ ਕੇ ਪੈਟਰੋਲ ਪੰਪਾਂ ਤੇ ਪਹੁੰਚੇ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਡੀਜ਼ਲ ਪੈਟਰੋਲ ਦੀ ਕਿੱਲਤ ਹੋਣ ਦਾ ਡਰ ਹੈ ਤੇ ਨਾਲ ਹੀ ਮਹਿੰਗਾਈ ਦਾ ਵੀ ਡਰ ਹੈ। ਇਸੇ ਦਰਮਿਆਨ ਪੰਜਾਬ ਦੇ ਵਿੱਚ ਖਾਣ ਵਾਲੇ ਜਿਹੜੇ ਤੇਲ ਨੇ, ਰਿਫਾਈਨਡ ਤੇਲ, ਉਹ ਮਹਿੰਗੇ ਵੀ ਹੋ ਚੁੱਕੇ ਨੇ। ਯੂਕਰੇਨ ਤੇ ਰੂਸ ਦੋਵਾਂ ਮੁਲਕਾਂ ਦੇ ਵਿਚਾਲੇ ਜੰਗ ਸ਼ੁਰੂ ਹੋਈ ਨੂੰ 4 ਦਿਨ ਹੋ ਚੁੱਕੇ ਨੇ। ਰੂਸ ਦਾ ਯੂਕਰੇਨ ਤੇ ਹਮਲੇ ਦਾ ਐਤਵਾਰ ਨੂੰ ਚੌਥਾ ਦਿਨ ਰਿਹਾ। ਰੂਸੀ ਫੌਜ ਨੇ ਯੂਕਰੇਨ ਦੇ ਤੇਲ ਤੇ ਗੈਸ ਸਰੋਤਾਂ ਤੇ ਲਗਾਤਾਰ ਕਈ ਹਮਲੇ ਕੀਤੇ। ਯੂਕਰੇਨ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਭਿਆਨਕ ਹਮਲਿਆਂ ਦੀਆਂ ਖਬਰਾਂ ਪਹੁੰਚੀਆਂ।
ਰਾਜਧਾਨੀ ਕੀਵ ਤੋਂ 30 ਕਿਲੋਮੀਟਰ ਦੂਰ ਵਾਸਿਲ ਕੀਵ ਆਇਲ ਟਰਮੀਨਲ ਨੂੰ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਹਮਲੇ ਤੋਂ ਬਾਅਦ ਸਾਰੇ ਇਲਾਕੇ ਵਿੱਚ ਜ਼ਹਿਰੀਲਾ ਧੂੰਆਂ ਫੈਲ ਗਿਆ। ਲੋਕਾਂ ਨੇ ਆਪਣੇ ਘਰ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ। ਕੀਵ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ, ਕਿਉਂਕਿ ਅੱਗ ਤੋਂ ਬਾਅਦ ਹਵਾ ਦੇ ਵਿੱਚ ਧੂਏ ਕਾਰਨ ਜ਼ਹਿਰੀਲੇ ਪਦਾਰਥ ਪੈਦਾ ਹੋ ਸਕਦੇ ਨੇ। ਰਾਜਧਾਨੀ ਕੀਵ ਦੇ ਵਿੱਚ ਜ਼ਹਿਰੀਲੀ ਹਵਾ ਦੀ ਚੇਤਾਵਨੀ ਦੇ ਦਿੱਤੀ ਗਈ। ਸ਼ਹਿਰ ਦੀ ਮੇਅਰ ਨਟਾਲੀਆ ਬਾਲਾਸਨੋਵਿਚ ਨੇ ਦੱਸਿਆ ਕਿ ਦੁਸ਼ਮਣ ਹਰ ਚੀਜ਼ ਨੂੰ ਤਬਾਹ ਕਰਨ ਤੇ ਤੁਲਿਆ। ਯੂਕਰੇਨ ਦੇ ਪੂਰਬ ਦੇ ਵਿੱਚ ਵੀ ਰੂਸੀ ਸਮਰਥਨ ਵਾਲੇ ਵਿਦਰੋਹੀਆਂ ਨੇ ਵੀ ਰੋਵੋਂਕੀ ਨਾਮ ਦੇ ਸ਼ਹਿਰ ਵਿੱਚ ਇੱਕ ਆਇਲ ਟਰਮੀਨਲ ਨੂੰ ਉਡਾ ਦਿੱਤਾ। ਯੂਕਰੇਨ ਦੇ ਪੂਰਬ ਵਿੱਚ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵਿੱਚ ਨੈਚੁਰਲ ਗੈਸ ਪਾਈਪਲਾਈਨ ਨੂੰ ਰੂਸੀ ਫੌਜ ਨੇ ਉਡਾ ਦਿੱਤਾ। ਇਹ ਸ਼ਹਿਰ ਰੂਸੀ ਸਰਹੱਦ ਦੇ ਨੇੜੇ ਹੈ। ਸੋ ਹੁਣ ਯੂਕਰੇਨ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵਿੱਚ ਵੀ ਰੂਸ ਦੀਆਂ ਫੌਜਾਂ ਪਹੁੰਚ ਚੁੱਕੀਆਂ ਨੇ। ਸਥਾਨਕ ਪ੍ਰਸ਼ਾਸਨ ਦੇ ਮੁਖੀ ਓਲੇਗ ਸਿਨੇਗੁਬਾਵ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ। ਕਿਹਾ ਹੈ ਕਿ ਯੂਕਰੇਨ ਦੀਆਂ ਫੌਜਾਂ ਦੁਸ਼ਮਣਾਂ ਖਿਲਾਫ ਲੜ ਰਹੀਆਂ ਨੇ। ਖਾਰਕੀਵ ਸ਼ਹਿਰ ਦੇ ਖੇਤਰੀ ਪ੍ਰਸ਼ਾਸਨਿਕ ਮੁਖੀ ਨੇ ਕਿਹਾ ਕਿ ਸਥਾਨਕ ਬਲਾਂ ਨੇ ਰੂਸੀ ਫੌਜੀਆਂ ਦੇ ਖਿਲਾਫ ਸੜਕਾਂ ਉੱਤੇ ਲੜਨ ਤੋਂ ਬਾਅਦ ਸ਼ਹਿਰ ਦਾ ਪੂਰਾ ਕੰਟਰੋਲ ਹਾਸਲ ਕਰ ਲਿਆ। ਸੋਸ਼ਲ ਮੀਡੀਆ ਤੇ ਇੱਕ ਸੁਨੇਹੇ ਦੇ ਵਿੱਚ ਖਾਰਕੀਵ ਦੇ ਗਵਰਨਰ ਓਲੇਗ ਸਿਨੇਗੁਬੋਵ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਰੂਸੀ ਫੌਜਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਹੈ। ਇਸੇ ਦਰਮਿਆਨ ਇਹ ਵੀ ਖਬਰ ਮਿਲੀ ਕਿ ਰੂਸ ਨੇ ਯੂਕਰੇਨ ਦੇ ਸ਼ਹਿਰ ਨੋਵਾ ਕਾਖੋਵਕਾ ਤੇ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਯੂਕਰੇਨ ਦੀਆਂ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਇੱਕ ਛੋਟੇ ਪਰ ਰਣਨੀਤਿਕ ਤੌਰ ਤੇ ਮਸ਼ਹੂਰ ਸ਼ਹਿਰ ਨੂੰ ਰੂਸ ਨੇ ਕਬਜ਼ੇ ਵਿੱਚ ਲੈ ਲਿਆ। ਇਹ ਸ਼ਹਿਰ ਇੱਕ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਜਿੱਥੋਂ ਕ੍ਰਾਈਮੀਆ ਦੇ ਵਿੱਚ ਪਾਣੀ ਦੀ ਸਪਲਾਈ ਹੁੰਦੀ ਹੈ। ਸ਼ਹਿਰ ਦੇ ਮੇਅਰ ਵੋਲਦੋਮੀਰ ਕੋਵਾਲੋਂਕੋ ਨੇ ਦੱਸਿਆ ਕਿ ਰੂਸੀ ਫੌਜੀਆਂ ਨੇ ਸਾਰੀਆਂ ਸਰਕਾਰੀ ਇਮਾਰਤਾਂ ਤੋਂ ਯੂਕਰੇਨ ਦੇ ਝੰਡੇ ਹਟਾ ਦਿੱਤੇ। ਹੁਣ ਰੂਸੀ ਫੌਜ ਖੇਰਸਨ, ਮਿਕੋਲਾਈਵ ਅਤੇ ਮੇਲੀਟੋਪੋਲ ਨਾਂ ਦੇ ਸ਼ਹਿਰਾਂ ਦਾ ਰੁਖ ਕਰ ਰਹੀ ਹੈ। ਰੂਸ ਦੇ ਹਮਲੇ ਤੋਂ ਬਾਅਦ ਲਗਭਗ 1.25 ਲੱਖ ਯੂਕਰੇਨੀ ਨਾਗਰਿਕ ਆਪਣਾ ਘਰ ਛੱਡ ਕੇ ਦੱਖਣੀ ਯੂਕਰੇਨ ਦੇ ਸ਼ਹਿਰ ਲਵੀਵ ਤੇ ਪੋਲੈਂਡ ਵੱਲ ਜਾ ਚੁੱਕੇ ਨੇ। ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਪੋਲੈਂਡ ਦੇ ਨਾਗਰਿਕ ਭੋਜਨ ਤੇ ਵਾਹਨ ਮੁਹੱਈਆ ਕਰਵਾਉਣ ਦੇ ਵਿੱਚ ਮਦਦ ਵੀ ਕਰ ਰਹੇ ਨੇ। ਯੂਕਰੇਨ ਸਰਕਾਰ ਨੇ ਅੰਕੜੇ ਵੀ ਜਾਰੀ ਕੀਤੇ ਨੇ। ਸਰਕਾਰ ਦੇ ਲੋਕਪਾਲ ਲੁਮਟਲਾ ਡੈਨਿਸੋਵਾ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦੱਸਿਆ ਕਿ ਹੁਣ ਤੱਕ 200 ਤੋਂ ਵੱਧ ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖਮੀ ਨੇ। ਰੂਸ ਨੇ ਹਸਪਤਾਲ, ਸਕੂਲਾਂ ਤੇ ਘਰਾਂ ਤੇ ਵੀ ਹਮਲਾ ਕੀਤਾ ਹੈ। ਰੂਸ ਯੂਕਰੇਨ ਦੇ ਪੁੱਤਰਾਂ ਤੇ ਧੀਆਂ ਤੋਂ ਜ਼ਿੰਦਗੀ ਜਿਉਣ ਦਾ ਹੱਕ ਖੋਹ ਰਿਹਾ ਹੈ। ਉਹਨਾਂ ਦੱਸਿਆ ਕਿ ਕੀਵ 'ਚ ਹਮਲੇ ਦੌਰਾਨ ਹਸਪਤਾਲ ਵਿੱਚ ਬੱਚੇ ਦੀ ਮੌਤ ਹੋਈ ਹੈ। ਖਾਰਕੀਵ ਦੇ ਵਿੱਚ ਮਿਜ਼ਾਈਲ ਹਮਲੇ ਕਾਰਨ ਇੱਕ ਔਰਤ ਦੀ ਮੌਤ ਵੀ ਹੋਈ ਹੈ। ਸੰਯੁਕਤ ਰਾਸ਼ਟਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੀ ਗੱਲ ਕਰ ਲਈਏ ਤਾਂ ਯੂਐਨਓ ਦੇ ਮੁਤਾਬਿਕ ਹੁਣ ਤੱਕ 3,68,000 ਲੋਕ ਯੂਕਰੇਨ ਛੱਡ ਚੁੱਕੇ ਨੇ। ਇਹਨਾਂ ਵਿੱਚੋਂ 1.5 ਲੱਖ ਲੋਕ ਪੋਲੈਂਡ ਵੱਲ ਗਏ ਨੇ, 43,000 ਰੋਮਾਨੀਆ ਦੀ ਸਰਹੱਦ ਵੱਲ ਗਏ ਨੇ। ਯੂਕਰੇਨ ਸਰਕਾਰ ਦੇ ਅੰਦਾਜ਼ੇ ਮੁਤਾਬਿਕ ਰੂਸ ਦੀ ਇਸ ਕਾਰਵਾਈ ਨਾਲ ਯੂਕਰੇਨ ਦੇ ਵਿੱਚ ਲਗਭਗ 50 ਲੱਖ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੋ ਸਕਦੇ ਨੇ। ਤੇ ਪਾਣੀ ਦੀ ਸਪਲਾਈ ਮੁੱਕਣ ਕਾਰਨ ਆਪਣੇ ਘਰ ਛੱਡ ਕੇ ਚਲੇ ਗਏ ਨੇ। ਤੇ ਯੁੱਧ ਦੇ ਚੌਥੇ ਦਿਨ ਵੱਡੀ ਖਬਰ ਇਹ ਆਈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਦੱਸਿਆ ਕਿ ਰੂਸ ਯੂਕਰੇਨ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਤੇ ਯੂਕਰੇਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਜਦੋਂ ਯੂਕਰੇਨ ਨੇ ਪ੍ਰਤੀਕਿਰਿਆ ਦਿੱਤੀ ਤਾਂ ਕਿਹਾ ਕਿ ਬੇਲਾਰੂਸ ਦੇ ਵਿੱਚ ਗੱਲਬਾਤ ਅਸੀਂ ਨਹੀਂ ਕਰ ਸਕਦੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਜੇਕਰ ਬੇਲਾਰੂਸ ਦੀ ਧਰਤੀ ਨੂੰ ਯੂਕਰੇਨ ਤੇ ਹਮਲੇ ਲਈ ਨਾ ਵਰਤਿਆ ਗਿਆ ਹੁੰਦਾ ਤੇ ਸ਼ਾਇਦ ਉੱਥੇ ਗੱਲ ਹੋ ਸਕਦੀ ਸੀ। ਹਾਲਾਂਕਿ ਬੇਲਾਰੂਸ ਦੇ ਵਿੱਚ ਗੱਲਬਾਤ ਲਈ ਰੂਸ ਦਾ ਵਫਦ ਪਹੁੰਚ ਵੀ ਗਿਆ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੱਸਿਆ ਕਿ ਵਫਦ ਦੇ ਵਿੱਚ ਰੂਸੀ ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਤੇ ਹੋਰ ਕਈ ਮਹਿਕਮਿਆਂ ਦੇ ਪ੍ਰਤੀਨਿਧੀ ਸ਼ਾਮਿਲ ਨੇ। ਉਹਨਾਂ ਕਿਹਾ ਕਿ ਗੱਲਬਾਤ ਬੇਲਾਰੂਸ ਦੇ ਗੋਮੇਲ ਦੇ ਵਿੱਚ ਹੋ ਸਕਦੀ ਹੈ, ਪਰ ਜ਼ੈਲੈਂਸਕੀ ਨੇ ਬੇਲਾਰੂਸ ਦੇ ਵਿੱਚ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਬੇਸ਼ੱਕ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਮਿਲਣਾ ਵੀ ਚਾਹੁੰਦੇ ਹਾਂ, ਸ਼ਾਂਤੀ ਵੀ ਚਾਹੁੰਦੇ ਹਾਂ। ਇਸ ਲਈ ਬੁਡਾਪੈਸਟ, ਇਸਤਾਨਬੁਲ, ਬਾਕੂ, ਵਾਰਸਾ ਦੇ ਵਿੱਚ ਵੀ ਗੱਲਬਾਤ ਹੋ ਸਕਦੀ ਸੀ। ਜ਼ੈਲੈਂਸਕੀ ਨੇ ਸ਼ਰਤ ਰੱਖਦਿਆਂ ਕਿਹਾ ਕਿ ਜਿਸ ਦੇਸ਼ ਦੀ ਧਰਤੀ ਸਾਡੇ ਤੇ ਮਿਜ਼ਾਈਲਾਂ ਛੱਡਣ ਲਈ ਨਾ ਵਰਤੀ ਗਈ ਹੋਵੇ ਉੱਥੇ ਗੱਲ ਹੋ ਸਕਦੀ ਹੈ। ਇਸੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ ਉਹਨਾਂ ਨੇ ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸ਼ੈਂਕੋ ਦੇ ਨਾਲ ਗੱਲਬਾਤ ਕੀਤੀ ਹੈ। ਹਾਲਾਂਕਿ ਕੀ ਗੱਲ ਕੀਤੀ ਹੈ ਉਸ ਬਾਰੇ ਜ਼ੈਲੈਂਸਕੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਵੀ ਰੂਸ ਦੇ ਵੋਟਿੰਗ ਅਧਿਕਾਰ ਨੂੰ ਖਤਮ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਯੂਕਰੇਨ ਦੇ ਵਿੱਚ ਰੂਸ ਦੀਆਂ ਅਪਰਾਧਿਕ ਗਤੀਵਿਧੀਆਂ ਨਸਲਕੁਸ਼ੀ ਦੀ ਕਗਾਰ ਤੇ ਹਨ। ਸੋ ਇੱਕ ਵੱਡਾ ਜਿਹੜਾ ਇਹ ਬਿਆਨ ਹੈ, ਵੱਡੀ ਜਾਣਕਾਰੀ ਹੈ। ਨਸਲਕੁਸ਼ੀ ਦਾ ਮਤਲਬ ਹੁੰਦਾ ਹੈ ਕਿ ਕਿਸੇ ਇੱਕ ਕੌਮ ਨੂੰ, ਕਿਸੇ ਇੱਕ ਮੁਲਕ ਦੇ ਲੋਕਾਂ ਨੂੰ, ਖਾਸ ਭਾਈਚਾਰੇ ਦੇ ਲੋਕਾਂ ਨੂੰ ਮਿੱਥ ਕੇ ਖਤਮ ਕਰਨਾ, ਉਹਨਾਂ ਦਾ ਕਤਲੇਆਮ ਕਰਨਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਵਿਦੇਸ਼ੀ ਲੜਾਕਿਆਂ ਦੇ ਨਾਲ ਯੂਕਰੇਨ ਦੇ ਵਿੱਚ ਵਿਦੇਸ਼ੀ ਫੌਜ ਬਣਾਉਣ ਦਾ ਵੀ ਐਲਾਨ ਕੀਤਾ। ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਕੋਈ ਵੀ ਯੂਕਰੇਨ ਦੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਮਿਲਾ ਕੇ ਲੜ ਸਕਦਾ ਹੈ। ਵਿਦੇਸ਼ੀ ਨਾਗਰਿਕ ਕਾਨੂੰਨੀ ਤੌਰ ਤੇ ਯੂਕਰੇਨ ਦੀ ਫੌਜ ਵਿੱਚ ਸ਼ਾਮਿਲ ਹੋ ਸਕਦੇ ਨੇ। ਇਸ ਲਈ ਇੱਕ ਵੱਖਰੀ ਯੂਨਿਟ ਬਣਾਈ ਗਈ ਹੈ ਜਿਸ ਨੂੰ ਯੂਕਰੇਨ ਦੇ ਖੇਤਰੀ ਰੱਖਿਆ ਦੇ ਲਈ ਅੰਤਰਰਾਸ਼ਟਰੀ ਫੌਜ ਦਾ ਨਾਮ ਦਿੱਤਾ ਗਿਆ ਹੈ।
ਹਾਲਾਂਕਿ ਯੂਕਰੇਨ ਨੇ ਰੂਸੀ ਫੌਜ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੋਣ ਦਾ ਦਾਅਵਾ ਵੀ ਕੀਤਾ ਹੈ। ਸੋ ਯੂਕਰੇਨ ਦੇ ਵਿੱਚ ਵਿਦੇਸ਼ੀ ਫੌਜ ਜਿਹੜੀ ਸਥਾਪਿਤ ਕੀਤੀ ਗਈ ਹੈ, ਯੂਨਿਟ ਸਥਾਪਿਤ ਕੀਤੀ ਗਈ ਹੈ, ਉਸ ਦੇ ਵਿੱਚ ਤੁਸੀਂ ਵੀ ਜਾ ਕੇ ਲੜ ਸਕਦੇ ਹੋ। ਸੋ ਇਸ ਜੰਗ ਦੇ ਦਰਮਿਆਨ ਸੋਸ਼ਲ ਮੀਡੀਆ ਵੀ ਰੂਸ ਦੇ ਨਾਲ ਇੰਟਰਨੈਟ ਜੰਗ ਦੇ ਵਿੱਚ ਕੁੱਦਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਰੂਸ ਅਤੇ ਇਸ ਦੇ ਮੀਡੀਆ ਦੇ ਖਿਲਾਫ ਮੂਹਰੇ ਆ ਰਹੇ ਨੇ। YouTube ਦੀ ਕੰਪਨੀ ਅਲਫਾਬੈਟ ਨੇ ਕਿਹਾ ਹੈ ਕਿ ਰੂਸੀ ਮੀਡੀਆ ਦੇ ਸਰਕਾਰੀ ਚੈਨਲ ਰਸ਼ੀਆ ਟੁਡੇ ਤੇ ਹੋਰ ਚੈਨਲ ਹੁਣ YouTube ਤੇ ਇਸ ਦੀਆਂ ਐਪਸ ਰਾਹੀਂ ਮਸ਼ਹੂਰੀ ਨਹੀਂ ਕਰ ਸਕਣਗੇ। ਗੂਗਲ ਨੇ ਵੀ ਰੂਸ ਤੇ ਮਸ਼ਹੂਰੀ ਤੇ ਪਾਬੰਦੀ ਲਾ ਦਿੱਤੀ ਹੈ। ਦਰਅਸਲ ਯੂਕਰੇਨ ਦੇ ਡਿਜੀਟਲ ਮੰਤਰੀ ਨੇ YouTube ਨੂੰ ਰੂਸ ਦੇ ਪ੍ਰੋਪੇਗੈਂਡੇ ਨੂੰ ਰੋਕਣ ਦੀ ਅਪੀਲ ਕੀਤੀ ਸੀ। ਰੂਸ ਦਾ ਮੀਡੀਆ ਖਾਸ ਕਰਕੇ ਰਸ਼ੀਆ ਟੁਡੇ ਹਰ ਸਾਲ YouTube ਤੇ Google ਦੇ ਰਾਹੀਂ ਲੱਖਾਂ ਡਾਲਰਾਂ ਦੀ ਕਮਾਈ ਕਰਦਾ ਹੈ। YouTube ਤੋਂ ਪਹਿਲਾਂ Facebook ਤੇ Twitter ਨੇ ਵੀ ਰੂਸ ਤੋਂ ਮਿਲਣ ਵਾਲੀ ਮਸ਼ਹੂਰੀ ਨੂੰ ਬੰਦ ਕਰ ਦਿੱਤਾ ਹੈ। ਇਹਨਾਂ ਦੋਹਾਂ ਤੇ ਰੂਸ ਵਿੱਚ ਰੋਕ ਵੀ ਲੱਗ ਚੁੱਕੀ ਹੈ। ਹੈਕਰਸ ਦੇ ਇੱਕ ਗਰੁੱਪ ਐਨੋਨਿਮਸ ਨੇ ਚੇਚੇਨੀਆ ਦੀ ਸਰਕਾਰੀ ਵੈਬਸਾਈਟ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਫਿਲਹਾਲ ਵੈਬਸਾਈਟ ਓਪਨ ਨਹੀਂ ਹੋ ਰਹੀ ਅਤੇ 404 ਹੋਸਟ ਨਾਟ ਫਾਊਂਡ ਐਰਰ ਪੇਜ ਦਿਖ ਰਿਹਾ ਹੈ। ਐਨੋਨਿਮਸ ਨੇ ਸ਼ੁੱਕਰਵਾਰ ਨੂੰ ਰੂਸ ਦੇ ਖਿਲਾਫ ਸਾਈਬਰ ਵਾਰ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਰੂਸ ਦੀਆਂ ਕਈ ਸਰਕਾਰੀ ਵੈਬਸਾਈਟਸ ਤੇ ਸਾਈਬਰ ਅਟੈਕ ਹੋਏ ਸੀ। ਰੂਸ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ਵੀ ਕੁਝ ਘੰਟਿਆਂ ਦੇ ਲਈ ਬੰਦ ਪਈ ਰਹੀ। ਕੀਵ ਇੰਡੀਪੈਂਡੈਂਟ ਦੀ ਇੱਕ ਰਿਪੋਰਟ ਦੇ ਮੁਤਾਬਿਕ ਰੂਸ ਦੀਆਂ 6 ਸਰਕਾਰੀ ਵੈਬਸਾਈਟਾਂ ਡਾਊਨ ਸਨ। ਕੁਝ ਸਰਕਾਰੀ ਚੈਨਲਾਂ ਨੂੰ ਹੈਕ ਕਰਨ ਦੀ ਵੀ ਰਿਪੋਰਟ ਮਿਲੀ। ਰੂਸ ਦੇ ਸਰਕਾਰੀ ਮੀਡੀਆ ਆਊਟਲੈਟ ਰਸ਼ੀਅਨ ਟੁਡੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦੀ ਸ਼ੁੱਕਰਵਾਰ ਨੂੰ ਵੈਬਸਾਈਟ ਵੀ ਅਟੈਕ ਤੋਂ ਬਾਅਦ ਹੌਲੀ ਚੱਲ ਰਹੀ ਸੀ। ਇਧਰ ਭਾਰਤ ਦੇ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ JP ਨੱਡਾ ਦਾ ਟਵਿੱਟਰ ਅਕਾਊਂਟ ਕੁਝ ਸਮੇਂ ਲਈ ਹੈਕ ਹੋਇਆ। ਹੈਕ ਹੋਣ ਤੋਂ ਬਾਅਦ ਟਵੀਟ ਕੀਤਾ ਗਿਆ ਕਿ ਕ੍ਰਿਪਟੋ ਕਰੰਸੀ ਰਾਹੀਂ ਦਾਨ ਕੀਤਾ ਜਾਵੇ ਤੇ ਸਾਰਾ ਦਾਨ ਯੂਕਰੇਨ ਸਰਕਾਰ ਨੂੰ ਦਿੱਤਾ ਜਾਵੇਗਾ। ਇੱਕ ਦਿਨ ਪਹਿਲਾਂ ਜਿੱਥੇ ਖਬਰ ਆਈ ਸੀ ਕਿ ਰੂਸ ਦੇ ਹਮਲੇ ਨੂੰ ਰੋਕਣ ਦੇ ਲਈ ਯੂਕਰੇਨ ਦੇ ਇੱਕ ਫੌਜੀ ਨੇ ਆਪਣੇ ਆਪ ਨੂੰ ਬੰਬ ਦੇ ਨਾਲ ਹੀ ਉਡਾ ਦਿੱਤਾ, ਤਾਂ ਇੱਕ ਹੋਰ ਬਹਾਦਰੀ ਭਰੀ ਖਬਰ ਯੂਕਰੇਨ ਤੋਂ ਹੋਰ ਆ ਰਹੀ ਹੈ, ਜਿੱਥੇ ਯੂਕਰੇਨ ਦੇ ਲੋਕਾਂ ਦੇ ਕੋਲ ਹੱਥਾਂ ਵਿੱਚ ਹਥਿਆਰ ਨਹੀਂ ਸੀ, ਪਰ ਉਹਨਾਂ ਨੇ ਰੂਸੀ ਟੈਂਕ ਨੂੰ ਆਪਣੇ ਖਾਲੀ ਹੱਥਾਂ ਦੇ ਨਾਲ ਹੀ ਵਾਪਸ ਮੋੜ ਦਿੱਤਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਫੈਲ ਰਹੀ ਹੈ ਜਿਸ ਵਿੱਚ ਯੂਕਰੇਨ ਦੇ ਲੋਕ ਆਪਣੇ ਤੇ ਚੜੇ ਆ ਰਹੇ ਰੂਸੀ ਟੈਂਕ ਵੱਲ ਵਧਣਾ ਸ਼ੁਰੂ ਕਰ ਦਿੰਦੇ ਨੇ। ਲੋਕਾਂ ਦੇ ਇਕੱਠ ਤੋਂ ਬਾਅਦ ਟੈਂਕ ਪਿੱਛੇ ਵੱਲ ਜਾਣ ਲੱਗਦਾ ਹੈ। ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਟੈਂਕ ਹੈ ਜਿਹੜਾ ਉਹ ਵਾਪਸ ਮੁੜ ਜਾਂਦਾ ਹੈ। ਯੂਕਰੇਨ ਦੇ ਲੋਕ ਸ਼ਾਂਤੀ ਨਾਲ ਅੱਗੇ ਵਧਦੇ ਦਿਖਾਈ ਦੇ ਰਹੇ ਨੇ। ਵੀਡੀਓ ਦੇ ਵਿੱਚ ਕੋਈ ਵੀ ਵਿਅਕਤੀ ਹਥਿਆਰਬੰਦ ਨਜ਼ਰ ਨਹੀਂ ਆਉਂਦਾ। ਇਹ ਵੀਡੀਓ ਚਰਨੀਹਿਵ ਇਲਾਕੇ ਵਿੱਚ ਪੈਂਦੇ ਕੋਰੀਓਕਿਵਾਕਾ ਦਾ ਦੱਸਿਆ ਜਾ ਰਿਹਾ ਹੈ। ਯੂਕਰੇਨ ਦੀ ਫੌਜ ਨੇ ਆਮ ਨਾਗਰਿਕਾਂ ਨੂੰ ਰੂਸੀ ਫੌਜ ਦਾ ਸਾਹਮਣਾ ਕਰਨ ਦੇ ਲਈ ਰਣਨੀਤੀ ਵੀ ਦੱਸੀ ਹੈ। ਯੂਕਰੇਨ ਦੀ ਫੌਜ ਨੇ ਸਧਾਰਨ ਨਾਗਰਿਕਾਂ ਦੇ ਲਈ ਹਦਾਇਤਾਂ ਜਾਰੀ ਕਰਦਿਆਂ ਰੂਸੀ ਹਮਲੇ ਦਾ ਨਾਗਰਿਕੀ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਹਥਿਆਰ ਹੈ ਜਾਂ ਅਸਲਾ ਹੈ, ਲੜਾਈ ਦੇ ਸਾਰੇ ਸੰਭਵ ਸਾਧਨ ਵਰਤੋ, ਸੜਕਾਂ ਤੋਂ ਸਾਈਨ ਬੋਰਡ ਹਟਾ ਦਿਓ, ਰਾਹ ਰੋਕਣ ਲਈ ਦਰਖਤ ਵੱਢ ਕੇ ਸੁੱਟ ਦਿਓ, ਘਰ 'ਚ ਬਣਾਏ ਹਥਿਆਰਾਂ ਨੂੰ ਵਰਤੋ, ਰਾਤ ਜਾਂ ਘੁਸਮੁਸੇ ਦੇ ਵਿੱਚ ਜ਼ਿਆਦਾ ਸਰਗਰਮ ਰਹੋ। ਇਹ ਕਿਹਾ ਫੌਜ ਨੇ ਯੂਕਰੇਨ ਦੇ ਲੋਕਾਂ ਨੂੰ। ਤੇ ਜੰਗ ਦੇ ਤੀਸਰੇ ਦਿਨ ਤੱਕ ਰੂਸ ਨੂੰ ਕਿੰਨਾ ਨੁਕਸਾਨ ਹੋਇਆ, ਇਹ ਅੰਕੜੇ ਜਾਰੀ ਕੀਤੇ ਨੇ ਯੂਕਰੇਨ ਦੀ ਉਪ ਰੱਖਿਆ ਮੰਤਰੀ ਨੇ। ਹੰਨਾ ਮਲਿਆਰ ਨੇ ਦੱਸਿਆ ਕਿ ਅੰਕੜੇ ਸੰਘਰਸ਼ ਦੇ ਸ਼ੁਰੂ ਹੋਣ ਦੇ ਸ਼ੁਰੂਆਤੀ 3 ਦਿਨਾਂ ਦੇ ਨੇ। ਰੂਸੀ ਫੌਜ ਨੂੰ ਜਿਹੜਾ ਨੁਕਸਾਨ ਹੋਇਆ ਉਹਦੇ ਵਿੱਚ 4300 ਮੌਤਾਂ ਦਾ ਦਾਅਵਾ ਕੀਤਾ ਗਿਆ ਕਿ 4300 ਰੂਸੀ ਫੌਜੀ ਮਾਰ ਦਿੱਤੇ ਗਏ ਨੇ। 27 ਜਹਾਜ਼ ਕ੍ਰੈਸ਼ ਹੋ ਚੁੱਕੇ ਨੇ, 26 ਹੈਲੀਕਾਪਟਰ ਡੇਗ ਦਿੱਤੇ, 146 ਟੈਂਕ ਤਬਾਹ ਕਰ ਦਿੱਤੇ, 706 ਹਥਿਆਰਬੰਦ ਲੜਾਕੂ ਵਾਹਨ ਖਤਮ ਕਰ ਦਿੱਤੇ ਗਏ ਨੇ, 49 ਤੋਪਾਂ, 4 ਗ੍ਰੇਡ ਮਲਟੀਪਲ ਰਾਕੇਟ ਲਾਂਚ ਸਿਸਟਮ ਖਤਮ ਕਰ ਦਿੱਤੇ, 30 ਵਾਹਨ ਤਬਾਹ ਕੀਤੇ ਨੇ, 60 ਟੈਂਕਰ, 2 ਡਰੋਨ ਤੇ 2 ਕਿਸ਼ਤੀਆਂ ਤਬਾਹ ਕਰ ਦਿੱਤੀਆਂ ਨੇ। ਯੂਕਰੇਨ ਦੀ ਫੌਜ ਨੇ ਰੂਸ ਦੀ ਫੌਜ ਨਾਲ ਲੜਦੇ ਹੋਏ। ਸੋ ਭਾਵੇਂ ਰੂਸ ਨੇ ਯੂਕਰੇਨ ਤੇ ਹਮਲਾ ਕਰਕੇ ਦੁਨੀਆ ਭਰ ਵਿੱਚ ਬਦਨਾਮੀ ਖੱਟੀ ਹੈ, ਪਰ ਯੂਕਰੇਨ ਨੇ ਜੰਗ ਵਿੱਚ ਮਾਰੇ ਗਏ ਤੇ ਗ੍ਰਿਫਤਾਰ ਹੋਏ ਰੂਸੀ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਵਾਸਤੇ ਇੱਕ ਵੈਬਸਾਈਟ ਸ਼ੁਰੂ ਕੀਤੀ ਹੈ। ਯੂਕਰੇਨ ਦੇ ਅਖਬਾਰ ਦਾ ਕਵੀ ਇਨਸਪੈਕਟ ਦੀ ਰਿਪੋਰਟ ਦੇ ਮੁਤਾਬਿਕ ਇਹ ਵੈਬਸਾਈਟ 200rof.com ਤੇ ਜੰਗ ਵਿੱਚ ਮਾਰੇ ਗਏ ਅਤੇ ਗ੍ਰਿਫਤਾਰ ਕੀਤੇ ਗਏ ਰੂਸੀ ਫੌਜੀਆਂ ਦੀਆਂ ਤਸਵੀਰਾਂ ਤੇ ਦਸਤਾਵੇਜ਼ ਅਪਲੋਡ ਕੀਤੇ ਜਾ ਰਹੇ ਨੇ। ਇੱਕ ਹੋਰ ਜਾਣਕਾਰੀ ਮਿਲੀ ਹੈ ਕਿ ਰੂਸ ਦੇ ਵਿੱਚ ਜੰਗ ਦਾ ਵਿਰੋਧ ਹੋ ਰਿਹਾ ਹੈ। 3000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਰੂਸੀ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲੈ ਲਿਆ। ਪਿਛਲੇ 3 ਦਿਨਾਂ ਤੋਂ ਪੂਰੇ ਰੂਸ ਦੇ ਵਿੱਚ ਯੁੱਧ ਵਿਰੋਧੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਯਾਨੀ ਕਿ ਰੂਸ ਦੇ ਲੋਕ ਹੀ ਰੂਸ ਦੀ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਨੇ ਕਿ ਯੂਕਰੇਨ ਤੇ ਹਮਲਾ ਕਿਉਂ ਕੀਤਾ। ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਘੱਟੋ ਘੱਟ 3093 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਧਰ ਰੂਸ ਦੇ ਵਿਗਿਆਨੀਆਂ ਤੇ ਵਿਗਿਆਨਕ ਪੱਤਰਕਾਰਾਂ ਨੇ ਆਪਣੇ ਮੁਲਕ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ, ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਇੱਕ ਸਾਂਝੇ ਬਿਆਨ ਵਿੱਚ ਇਹਨਾਂ ਸਾਰਿਆਂ ਨੇ ਕਿਹਾ ਕਿ ਇਸ ਜੰਗ ਨਾਲ ਵੱਡੀ ਪੱਧਰ ਤੇ ਮਨੁੱਖੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਨਾਲ ਕੌਮਾਂਤਰੀ ਸੁਰੱਖਿਆ ਦੀ ਸਥਾਪਿਤ ਪ੍ਰਣਾਲੀ ਦੇ ਆਧਾਰ ਨੂੰ ਵੀ ਸੱਟ ਵੱਜਦੀ ਹੈ। ਉਹਨਾਂ ਕਿਹਾ ਕਿ ਯੂਰਪ ਦੇ ਵਿੱਚ ਨਵੀਂ ਜੰਗ ਦੀ ਸ਼ੁਰੂਆਤ ਲਈ ਸਿਰਫ ਤੇ ਸਿਰਫ ਰੂਸ ਜ਼ਿੰਮੇਦਾਰ ਹੈ।
यूक्रेन रशिया अपडेट्स तो बाद कुछ होर पंजाब भारत ते दुनिया भर दीयां वड्डियां ते ताज़ा खबरां तुहानूं दस दिंदे हां। सब तो वड्डी खबर अमरीका तो है। अमरीका ने 31 दसंबर 2022 तक भारत विच वीज़ा लाउण वालियां दे लई इंटरव्यू दी शर्त खत्म कर दित्ती है। अमरीका ने विद्यार्थियों ते वर्करां समेत होर कई वीज़ा बिनैकारां दे लई 31 दसंबर 2022 तक भारत विच अपने दूतावासां दे विच निजी तौर ते हाज़र होण ते इंटरव्यू करन दी शर्त खत्म कर दित्ती है। अमरीका के सीनियर डिप्लोमैट ने भारतीय भाईचारे के लीडरां नूं यह जानकारी दी है। इस मुताबिक जिहड़े बिनैकारां नूं छूट दी गई है उन्हां दे विच विद्यार्थी FM ते एकेडमिक J वीज़ा, वर्कर H1, H2 ते H3 ते व्यक्तिगत L वीज़ा, सभ्याचार ते असधारण योग्यता वाले लोग जिन्हां दे विच OP ते Q वीज़ा शामिल हन। इन्हां सारिआं नूं छूट दी गई है। सो एक वड्डी राहत है अमरीका दे वल्लों, क्योंकि पहला यह हुंदा सी कि जिहड़े भी चाहे वह विद्यार्थी होवे चाहे वह किसी भी होर वीज़े ते वर्क वीज़े ते जांदा होवे तां उसनूं इंटरव्यू दे लई अमेरिकन अंबैसी दे विच बुलाया जांदा सी ते इंटरव्यू बहुत ही सख्त हुंदी है। पर अमरीका ने हुण एक वड्डी राहत दिंदे होए इस इंटरव्यू की शर्त नूं 31 दसंबर 2022 तक खत्म कर दिता है। अगली खबर बलात्कारी ते कातल साध राम रहीम दे नाल जुड़ी हुई है। राम रहीम की 21 दिनां दी फरलो ऐतवार नूं खत्म हो गई है। किसी वक्त भी राम रहीम के जेल जाण दी खबर मिल सकती है। सख्त सुरक्षा हेठ ही उसनूं जेल वापस लिजाया जाएगा। राम रहीम नूं 21 दिनां दी फरलो ही नहीं दित्ती गई सी। कुछ दिनों बाद हरियाणा सरकार ने Z+ सिक्योरिटी भी दे दित्ती सी ते राम रहीम नूं दित्ती Z+ सिक्योरिटी दी वख-वख लोकां ने विरोधता भी कीती सी। सियासी लीडरां ने तिखी आलोचना भी कीती सी। जिहड़े पीड़ित लोग ने बलात्कारी साध दे डेरे दे पीड़ित लोग ने उन्होंने भी इतराज़ जताया सी कि एक संगीन अपराधी नूं आखिरकार इन्नी वड्डी सुरक्षा देण दी लोड़ ही की है। राम रहीम नूं 7 फरवरी नूं 21 दिनां दी पैरोल मिली सी ते शर्तां दे नाल ये पैरोल मिली सी जिसनूं फरलो दा नाम दिता गया सी। 21 दिनां दी फरलो दौरान राम रहीम अपने सिरसा डेरे दे विच नहीं जा सकिया। गुरुग्राम दे विच एक निजी फार्म हाउस दे विच ही रहिंदा रहा। कोई भीड़ इकट्ठी ना करन दी जिहड़ा हुक्म है पाबंदी है वो लाई गई। कोई सत्संग नहीं कर सकदा सी, ना ही किते होर जा सकदा सी। गुरुग्राम जे छड्डना है तो गुरुग्राम के DM तो उसनूं इजाजत लैनी पैनी सी। सख्त पुलिस के सुरक्षा के पहरे के हेठ उसनूं रखा गया। हर हफ्ते थाने दे विच हाज़री लवाउण दे लई भी कहा गया। उधर BJP के सीनियर लीडर हरजीत सिंह गरेवाल ने श्रोमणी गुरुद्वारा प्रबंधक कमेटी की कारगुजारी ते सवाल चुके ने। गरेवाल ने सिख मसलिਆਂ ਨੂੰ ਲੈ ਕੇ पंजाब ਦੀਆਂ सियासी पार्टियां ਨੂੰ घेरिया है। गरेवाल ने अदाकार दीप सिद्धू की सड़क हादसे विच मौत की जांच की मंग भी की है ते नाल ही ये भी मंग की है कि दीप सिद्धू की अंतिम अरदास मौके नौजवानों का जिहड़ा वड्डा इकट्ठ होया सी उहदे विच नारेबाजी हुई सी उहदी भी जांच होनी चाहिए है। कहते सियासी ते धार्मिक लीडरां नूं सोचना चाहिए है कि पंजाब दे विच अजिहे भड़काऊ जिहड़े नारे ने वो क्यों लग रहे हैं। पंजाब धार्मिक अते सियासी तौर पर लीडर विहूणा हो गया ये भी कहा गरेवाल ने। पंजाब दे विच मौसम की गल कर लईए तो एक दिन मीह पैण तो बाद मौसम ऐतवार नूं पूरा दिन साफ रहा। हालांकि जिहड़े पहाड़ी इलाके ने उन्हां दे विच भी मीह दे नाल नाल बर्फबारी दीयां खबरां मिलीਆਂ। पंजाब दे विच भी एकदम जदों मौसम खराब हो गया सी तां किसानां दे साह सुत्ते गए सी, पर हुण मौसम बिल्कुल साफ है। सुप्रीम कोर्ट ने कहा कि मोबाइल सेवावां दे विच खामियां दा सामना करन वाला व्यक्ति कंपनी के खिलाफ अपनी शिकायत सीधा खपतकार फोरम नूं कर सकदा है। हुक्म जस्टिस DY चंद्रचूड़ दे बेंच ने दित्ते ने। सुप्रीम कोर्ट ने टैलीकॉम कंपनी वोडाफोन की अपील ते फैसला सुनाया है। कंपनी ने कौमी खपतकार झगड़ा निवारण कमिशन के हुक्म नूं चुनौती दी सी। भारत ते श्रीलंका के विचाले 4 तो लैके 8 मार्च तक टेस्ट मैच खेडिया जाएगा ते मैच मोहाली के स्टेडियम च होवेगा, जिसनूं लैके पुलिस ने सुरक्षा सख्त कर दी है। स्टेडियम के नेड़े वड्डी गिनती में सुरक्षा कर्मचारी तैनात भी हो चुके हैं। नेड़ले इलाके में रहने वाले किराएदारां ते पेइंग गैस्टां की चैकिंग भी की जा रही है। मौजूदा वित्ती साल 2021-22 दे विच भारत का कच्चे तेल दरामद बिल $100 अरब नूं पार कर सकदा है। पिछले वित्ती साल दे विच कच्चे तेल की दरामद ते होए खर्च तो लगभग दुगना होगा। इस तो साफ है कि आउंदे दिनां दे विच भारत विच पेट्रोल ते डीजल के भाव छाला मार सकते हैं। इसका कारण है कि कौमांतरी पद्धर ते कच्चे तेल दी कीमतां 7 सालां दे विच सब तो उच्चे पद्धर ते पहुंच गईयां ने। अगली खबर है जिहड़ी वो सुन के तुहानूं खुशी भी हो सकती है ते थोड़ी चिंता भी हो सकती है। चिंता हो सकती है महंगाई दी ते खुशी हो सकती है कि सरकार नूं तुहाडी फिक्र है।
ਦਰਅਸਲ ਭਾਰਤੀਆਂ ਵਿੱਚ ਮੋਟਾਪੇ ਦੀ ਵੱਧਦੀ ਚਿੰਤਾ ਤੇ ਨੀਤੀ ਆਯੋਗ ਹੈ ਜਿਹੜਾ ਉਹ ਚੀਨੀ, ਚਰਬੀ ਤੇ ਨਮਕ ਵਾਲੀਆਂ ਖੁਰਾਕੀ ਵਸਤਾਂ ਤੇ ਟੈਕਸ ਲਾਉਣ ਬਾਰੇ ਸੋਚ ਰਿਹਾ ਹੈ। ਇਹਨਾਂ ਵਸਤੂਆਂ ਦੇ ਉੱਤੇ ਫਰੰਟ ਆਫ ਪੈਕ ਲੇਬਲਿੰਗ ਵਰਗੇ ਉਪਾਅ ਕਰਨ ਦੇ ਪ੍ਰਸਤਾਵ ਤੇ ਵਿਚਾਰ ਕੀਤਾ ਜਾ ਰਿਹਾ ਹੈ। ਫਰੰਟ ਆਫ ਦਾ ਪੈਕ ਲੇਬਲਿੰਗ ਖਪਤਕਾਰਾਂ ਨੂੰ ਵੱਧ ਖੰਡ, ਨਮਕ ਤੇ ਚਰਬੀ ਵਾਲੇ ਉਤਪਾਦਾਂ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਦੀ ਹੈ। ਸਰਕਾਰੀ ਖੋਜ ਸੰਸਥਾ ਨੀਤੀ ਆਯੋਗ ਦੀ 2021-22 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਕਿ ਦੇਸ਼ ਦੀ ਆਬਾਦੀ ਵਿੱਚ ਮੋਟਾਪੇ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਅਜਿਹਾ ਕਦਮ ਵਿਚਾਰ ਅਧੀਨ ਹੈ। ਐਤਵਾਰ ਨੂੰ ਯੂਪੀ ਵਿਧਾਨ ਸਭਾ ਦੇ 5ਵੇਂ ਗੇੜ ਦੀਆਂ ਵੋਟਾਂ ਪਈਆਂ। 12 ਜ਼ਿਲ੍ਹਿਆਂ ਦੀਆਂ 61 ਸੀਟਾਂ ਤੇ ਵੋਟਿੰਗ ਹੋਈ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਅਮੇਠੀ, ਅਯੋਧਿਆ, ਬਹਿਰਾਇਚ, ਬਾਰਾਬੰਕੀ, ਚਿੱਤਰਕੂਟ, ਗੋਂਡਾ, ਕੌਸ਼ਮ ਸਮੇਤ ਸੁਲਤਾਨਪੁਰ ਜ਼ਿਲ੍ਹਿਆਂ ਦੇ ਵਿੱਚ ਵੋਟਾਂ ਪਈਆਂ ਤੇ ਚੋਣ ਕਮਿਸ਼ਨ ਦੇ ਅੰਕੜਿਆਂ ਦੇ ਮੁਤਾਬਿਕ ਸ਼ਾਮ 5 ਵਜੇ ਤੱਕ ਯੂਪੀ ਦੇ ਵਿੱਚ 5ਵੇਂ ਗੇੜ ਦੀਆਂ ਵੋਟਾਂ ਦਰਮਿਆਨ 53.93% ਵੋਟਿੰਗ ਦਰਜ ਕੀਤੀ ਗਈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੀ ਸਭ ਤੋਂ ਹੁਣ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।